हाँ जी राजे, देखो अपना जड़ा चैप्टर है राइट शेयर एंड बोनस शेयर, ठीक है। इहदा फर्स्ट टॉपिक कंप्लीट हो गया राइट शेयर वाला। हुण नैक्सट टॉपिक है दा बोनस शेयर्स, ठीक है। बोनस शेयर नूं राजे एक होर नाम नाल जाणिया जांदा है, वो है कैपिटलाइजेशन ऑफ प्रॉफिट्स, ठीक है। की कहंदे उहनूं? कैपिटलाइजेशन ऑफ प्रॉफिट्स। सो तुहानूं बोनस शेयर आ जाए या कैपिटलाइजेशन ऑफ प्रॉफिट आ जाए, उन्हां सारिਆਂ ਦਾ आंसर सेम होएगा, ठीक है। फर्स्ट देखो राजे बोनस शेयर की हुंदा, ਪਹਿਲਾਂ ਆਪਾਂ ਥੋੜ੍ਹਾ ਜਿਹਾ ਕਰ ਲੈਂਦੇ ਹਾਂ, ਦੈਨ ਬੁੱਕਿਸ਼ ਲੈਂਗੁਏਜ ਨੂੰ ਪੜ੍ਹ ਲਾਂਗੇ। ਬੋਨਸ ਸ਼ੇਅਰ ਹੁੰਦੇ ਆ ਰਾਜੇ, ਜਿਵੇਂ ਜੇ ਤੁਸੀਂ ਵਰਡ ਸੁਣਿਆ ਹੋਵੇ ਕਿ ਬੋਨਸ ਦੇਣਾ ਕਿਸੇ ਨੂੰ, ਹੈ ਨਾ। ਮਤਲਬ ਜਿੰਨੀ ਕਿਸੇ ਦੀ ਇਨਕਮ ਬਣਦੀ ਹੈ ਜਾਂ ਸੈਲਰੀ ਬਣਦੀ ਹੈ, ਉਸ ਤੋਂ ਜ਼ਿਆਦਾ ਕਿਸੇ ਨੂੰ ਜਦੋਂ ਆਪਾਂ ਅਮਾਊਂਟ ਪੇ ਕਰਦੇ ਹਾਂ, ਠੀਕ ਹੈ, ਤੁਹਾਨੂੰ ਕੀ ਕਿਹਾ ਜਾਂਦਾ ਵੀ ਬੋਨਸ ਮਿਲ ਗਿਆ, ਠੀਕ ਹੈ। ਨੋਰਮਲੀ ਜਿਵੇਂ ਦੀਵਾਲੀ ਬੋਨਸ ਹੁੰਦਾ, ਠੀਕ ਹੈ। ਜਿਵੇਂ ਕੋਈ ਇੰਪਲੋਈ ਕਿਸੇ ਕੰਪਨੀ 'ਚ ਕੰਮ ਕਰਦਾ ਤਾਂ ਸਪੋਜ਼ ਉਹਦੀ ਸੈਲਰੀ ਹੈ 40,000 ਪਰ ਮੰਥ, ਠੀਕ ਹੈ। ਹੁਣ ਜੇ ਦੀਵਾਲੀ ਆਈ ਹੈ ਤਾਂ ਕੰਪਨੀ ਨੇ ਕੀ ਕੀਤਾ, ਉਹਨੂੰ ਉਸ ਮਹੀਨੇ ਦੀ 40,000 ਦੀ ਸੈਲਰੀ ਤਾਂ ਦਿੱਤੀ ਹੋਈ ਦਿੱਤੀ, ਪਲੱਸ ਦੀਵਾਲੀ ਕਰਕੇ 5,000 ਰੁਪਏ ਐਕਸਟਰਾ ਦੇ ਦਿੱਤੇ। ਅਤੇ ਜਿਹੜੇ 5,000 ਰੁਪਏ ਐਕਸਟਰਾ ਦਿੱਤੇ ਹੈ, ਠੀਕ ਹੈ, ਉਹਨੂੰ ਕਿਹਦਾ ਨਾਮ ਦਿੱਤਾ ਜਾਏਗਾ? ਬੋਨਸ ਦਾ, ਠੀਕ ਹੈ। ਇਟ ਇਜ਼ ਬੋਨਸ ਕੀ ਹੁੰਦਾ ਰਾਜੇ? ਜਿਹੜਾ ਤੁਹਾਡੀ ਨੋਰਮਲ ਮੋਨੈਟਰੀਅਲ ਇਨਕਮ ਨਾਲੋਂ, ਠੀਕ ਹੈ, ਜ਼ਿਆਦਾ ਅਮਾਊਂਟ ਹੋਵੇ, ਉਹਨੂੰ ਕੀ ਕਿਹਾ ਜਾਂਦਾ? ਬੋਨਸ, ਠੀਕ ਹੈ। ਹੁਣ ਜੇ ਆਪਾਂ ਬੋਨਸ ਨੂੰ ਸ਼ੇਅਰਸ ਨਾਲ ਲਿੰਕ ਕਰਦੇ ਹਾਂ ਤਾਂ ਇੱਥੇ ਕੀ ਮਤਲਬ ਹੁੰਦਾ ਹੈ ਕਿ ਕੰਪਨੀ ਨੇ ਜਿਹੜੇ ਆਲਰੇਡੀ ਸ਼ੇਅਰ ਹੋਲਡਰਸ ਨੇ ਉਹਨਾਂ ਨੂੰ ਜ਼ਿਆਦਾ ਸ਼ੇਅਰਸ ਦੇ ਤੇ, ਠੀਕ ਹੈ, ਘੱਟ ਪੈਸਿਆਂ 'ਤੇ ਜਾਂ ਫਿਰ ਬਿਨਾਂ ਪੈਸੇ ਲਿੱਤੇ, ਠੀਕ ਹੈ। ਉਹ ਕੀ ਬਣ ਜਾਏਗਾ? ਬੋਨਸ ਸ਼ੇਅਰ, ਠੀਕ ਹੈ। ਇਹ ਮੇਜਰਲੀ ਰਾਜੇ ਦੋ ਤਰ੍ਹਾਂ ਨਾਲ ਹੁੰਦੇ ਨੇ। ਇੱਕ ਤਾਂ ਜਿਵੇਂ ਸਪੋਜ਼ ਪਾਰਟਲੀ ਪੇਡ ਸ਼ੇਅਰਸ ਨੇ, ਠੀਕ ਹੈ, 100 ਰੁਪੀਜ਼ ਦਾ ਸ਼ੇਅਰ ਹੈ, ਠੀਕ ਹੈ। ਸ਼ੇਅਰ ਹੋਲਡਰਸ ਤੌਰ 'ਤੇ ਕੰਪਨੀ ਨੇ 70 ਰੁਪੀਜ਼ ਕਾਲ ਕੀਤੇ ਹੋਏ ਆ, 30 ਰੁਪੀਜ਼ ਹਜੇ ਅਨਕਾਲਡ ਅਮਾਊਂਟ ਹੈ, ਠੀਕ ਹੈ। 30 ਰੁਪਏ ਹਜੇ ਉਹਨਾਂ ਸ਼ੇਅਰਸ 'ਤੇ ਮੰਗਵਾਏ ਨਹੀਂ। ਸੋ ਕੰਪਨੀ ਕੀ ਕਰੇਗੀ, ਜੇ ਕੰਪਨੀ ਐਂ ਕਹਿ ਦੇ ਵੀ ਅਸੀਂ ਤੁਹਾਡੇ 70 ਰੁਪੀਜ਼ ਪੇਡ ਅਪ ਨੂੰ ਫੁੱਲੀ ਪੇਡ ਬਣਾ ਦਿੰਦੇ ਹਾਂ, ਮਤਲਬ ਉਹਨੂੰ ਅਸੀਂ ਕੀ ਕਨਵਰਟ ਕਰ ਦਿੰਦੇ ਹਾਂ ਵੀ 100 ਰੁਪੀਜ਼ ਆ ਗਏ ਉਹਨਾਂ ਸ਼ੇਅਰਸ 'ਤੇ, ਠੀਕ ਹੈ। ਤਾਂ ਉਹਨੂੰ ਆਪਾਂ ਕਿਹਦਾ ਨਾਮ ਦੇਵਾਂਗੇ? ਬੋਨਸ ਦਾ ਨਾਮ ਦੇਵਾਂਗੇ, ਕਿਉਂਕਿ ਸ਼ੇਅਰ ਹੋਲਡਰਸ ਨੇ ਹਜੇ ਕਿੰਨੀ ਪੇਮੈਂਟ ਕੀਤੀ ਹੈ? 70 ਪੇਮੈਂਟ ਕੀਤੀ ਹੈ, ਹੈ ਨਾ। 70 ਰੁਪੀਜ਼ ਦੀ ਪੇਮੈਂਟ ਕੀਤੀ ਹੈ, 30 ਰੁਪੀਜ਼ ਦੀ ਪੇਮੈਂਟ ਹਜੇ ਰਹਿੰਦੀ ਹੈ। ਤਾਂ ਜਿਹੜੀ ਉਹ 30 ਰੁਪੀਜ਼ ਦੀ ਪੇਮੈਂਟ ਹਜੇ ਰਹਿੰਦੀ ਸੀ, ਸ਼ੇਅਰ ਹੋਲਡਰਸ ਨੇ ਫਿਊਚਰ ਵਿੱਚ ਕਰਨੀ ਸੀਗੀ, ਠੀਕ ਹੈ। ਕੰਪਨੀ ਨੇ ਉਸ ਪੇਮੈਂਟ ਨੂੰ ਕੀ ਡਿਕਲੇਅਰ ਕਰਤਾ ਵੀ ਉਹ ਰਿਸੀਵ ਹੋ ਗਈ, ਉਹਨੂੰ ਅਸੀਂ ਫੁੱਲੀ ਪੇਡ ਬਣਾ ਤਾ। ਸੋ ਉਹ ਜਿਹੜੀ 30 ਰੁਪੀਜ਼ ਨੂੰ ਫੁੱਲੀ ਪੇਡ ਬਣਾ ਦਿੱਤਾ ਗਿਆ ਬਿਨਾਂ ਪੈਸੇ ਲਿੱਤੇ, ਉਹ ਕੀ ਬਣ ਗਿਆ? ਬੋਨਸ ਸ਼ੇਅਰ ਬਣ ਗਿਆ, ਠੀਕ ਹੈ। ਇਸ ਕੇਸ ਨੂੰ ਕੀ ਕਹਿੰਦੇ ਨੇ? ਕਨਵਰਟ ਪਾਰਟਲੀ ਪੇਡ ਸ਼ੇਅਰਸ ਇਨਟੂ ਫੁੱਲੀ ਪੇਡ ਸ਼ੇਅਰਸ, ਠੀਕ ਹੈ। ਇੱਕ ਬੋਨਸ ਸ਼ੇਅਰਸ ਹੁੰਦੇ ਨੇ ਉਹ ਰਾਜੇ ਜਦੋਂ ਕੰਪਨੀ ਨਿਊ ਸ਼ੇਅਰਸ ਇਸ਼ੂ ਕਰਦੀ ਹੈ, ਬਟ ਉਹਦੇ ਰਿਟਰਨ ਵਿੱਚ ਸ਼ੇਅਰ ਹੋਲਡਰਸ ਤੋਂ ਕੁਛ ਵੀ ਅਮਾਊਂਟ ਨਹੀਂ ਲੈਂਦੀ, ਠੀਕ ਹੈ। ਜਿਵੇਂ ਕੰਪਨੀ ਦੇ ਜਿਹੜੇ ਸ਼ੇਅਰ ਹੋਲਡਰਸ ਨੇ, ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੇ, ਠੀਕ ਹੈ, ਉਹਨਾਂ ਨੂੰ ਹੀ ਕੰਪਨੀ ਕਹਿੰਦੀ ਹੈ ਵੀ ਜਿੰਨੇ ਤੁਹਾਡੇ ਕੋਲ ਸ਼ੇਅਰਸ ਨੇ ਅਸੀਂ ਓਨੇ ਤੁਹਾਨੂੰ ਸ਼ੇਅਰਸ ਐਜ਼ ਅ ਬੋਨਸ ਹੋਰ ਇਸ਼ੂ ਕਰਦੇ ਹਾਂ ਐਜ਼ ਅ ਫੁੱਲੀ ਪੇਡ ਅਪ, ਠੀਕ ਹੈ। ਮਤਲਬ ਕੰਪਨੀ ਕੀ ਹੈ, ਉਹਨਾਂ ਤੋਂ ਸ਼ੇਅਰਸ ਦੇ ਦਿੰਦੀ ਹੈ ਸ਼ੇਅਰ ਹੋਲਡਰਸ ਨੂੰ, ਬਟ ਉਹਦੀ ਅਮਾਊਂਟ ਨਹੀਂ ਲੈਂਦੀ, ਠੀਕ ਹੈ। ਕਿਹੜੇ ਸ਼ੇਅਰਸ ਇਸ਼ੂ ਕਰਦੀ ਹੈ? ਫੁੱਲੀ ਪੇਡ ਅਪ ਸ਼ੇਅਰਸ, ਜਿਨ੍ਹਾਂ ਦੀ ਆਲਰੇਡੀ ਪੇਮੈਂਟ ਹੋ ਚੁੱਕੀ ਹੈ। ਮਤਲਬ ਕਹਿਣ ਦਾ ਕੀ ਭਾਵ ਆ ਕਿ ਜਿਹੜੀ ਸ਼ੇਅਰ ਹੋਲਡਰਸ ਦੀ ਆਪਾਂ ਬੈਂਕ ਵਾਲੀ ਐਂਟਰੀ ਪਾਸ ਕਰਦੇ ਸੀ ਨਾ ਕਿ ਉਹਨਾਂ ਨੇ ਪੇਮੈਂਟ ਕੀਤੀ ਹੈ ਤਾਂ ਬੈਂਕ 'ਚ ਡੈਬਿਟ ਟੂ ਸ਼ੇਅਰ ਹੋਲਡਰ, ਹੈ ਨਾ, ਉਹ ਵਾਲੀ ਐਂਟਰੀ ਨਹੀਂ ਆਏਗੀ, ਠੀਕ ਹੈ, ਕਿਉਂਕਿ ਸ਼ੇਅਰ ਹੋਲਡਰ ਨੂੰ ਇੱਥੇ ਕੋਈ ਪੇਮੈਂਟ ਨਹੀਂ ਕਰਨੀ ਪੈ ਰਹੀ। ਉਹਨਾਂ ਨੂੰ ਕਿਹੜੇ ਸ਼ੇਅਰ ਮਿਲ ਰਹੇ ਆ? ਬੋਨਸ ਸ਼ੇਅਰ ਮਿਲ ਰਹੇ ਆ, ਠੀਕ ਹੈ। ਇਹੋ ਜਿਹਾ ਜੇ ਕੋਈ ਕੇਸ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਨਿਊ ਇਸ਼ੂ ਜਾਂ ਫੁੱਲੀ ਪੇ ਇਸ਼ੂਇੰਗ ਫੁੱਲੀ ਪੇਡ ਬੋਨਸ ਸ਼ੇਅਰਸ, ਠੀਕ ਹੈ। ਪਲੱਸ ਇਹ ਦੇਖੋ ਰਾਜੇ ਜਿਹੜੇ ਬੋਨਸ ਸ਼ੇਅਰਸ ਹੁੰਦੇ ਆ ਉਹ ਹਮੇਸ਼ਾ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਕੀਤੇ ਜਾਂਦੇ ਆ, ਠੀਕ ਹੈ। ਇਹਦੇ ਵਿੱਚ ਕੋਈ ਵੀ ਜਿਹੜੇ ਕੰਪਨੀ ਦਾ ਪਹਿਲਾਂ ਆਲਰੇਡੀ ਜਿਹਦੇ ਕੋਲ ਕੰਪਨੀ ਦਾ ਸ਼ੇਅਰ ਹੈ ਉਹਨੂੰ ਹੀ ਇਸ਼ੂ ਕੀਤੇ ਜਾਣਗੇ, ਠੀਕ ਹੈ। ਮਤਲਬ ਕਿਹਨੂੰ ਇਹ ਐਡਵਾਂਟੇਜ ਮਿਲੇਗਾ? ਜਿਹੜੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੇ, ਠੀਕ ਹੈ। ਆਈ ਹੋਪ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਹੋਣਾ
चलो हुण आपां थोड़ा बुकिश लैंग्वेज देख लैंदे हां। When a company wants to mobilize any portion of its accumulated profit, ठीक है, कहंदे ਜਦੋਂ ਕੰਪਨੀ ਨੇ ਜਿਹੜਾ ਉਹਦੇ ਇਕੱਠੇ ਹੋਏ ਹੁੰਦੇ ਆ ਪ੍ਰੋਫਿਟਸ, ਠੀਕ ਹੈ, ਉਹਨੂੰ ਕਿਤੇ ਟ੍ਰਾਂਸਫਰ ਕਰਨਾ ਹੁੰਦਾ, ਮੂਵ ਕਰਨਾ ਹੁੰਦਾ, ਯੂਜ਼ ਕਰਨਾ ਹੁੰਦਾ, then the company may issue bonus shares to its existing shareholders, ਠੀਕ ਹੈ। ਉਹਦੇ ਲਈ ਇੱਕ ਰਸਤਾ ਕੀ ਹੈ ਕਿ ਕੰਪਨੀ ਆਪਣੇ ਜਿਹੜੇ ਸ਼ੇਅਰ ਹੋਲਡਰਸ ਨੇ ਕੰਪਨੀ ਦੇ ਉਹਨਾਂ ਨੂੰ ਬੋਨਸ ਸ਼ੇਅਰਸ ਇਸ਼ੂ ਕਰ ਸਕਦੀ ਹੈ, ठीक है। इशू ऑफ बोनस शेयर्स मीन इशू ऑफ शेयर्स विदाउट एनी पेमेंट फ्रॉम इट्स एग्जिस्टिंग शेयर होल्डर। कहते कि इशू शेयर्स का मतलब की होंदा है कि शेयर होल्डर नू शेयर्स दे देना बट उन्हां तो कोई पेमेंट ना लेना, ठीक है। देयरफॉर इशू ऑफ बोनस शेयर अमाउंट टू पेमेंट ऑफ डिविडेंड इन एनी काइंड, ठीक है। कहते कि जो इशू ऑफ बोनस शेयर है वो की हुंदा एक तरह का डिविडेंट ही पे करना हुंदा है शेयर होल्डर नू, बट कैश च डिविडेंट ना पे करके उन्होंने डिविडेंट किहदे रूप च मिलता है, इन काइंड, ठीक है। वो काइंड केड़ी है, शेयर्स दी काइंड है, ठीक है। इट इज़ इन द फॉर्म ऑफ शेयर्स इशूड विदाउट एनी कैश पेमेंट फ्रॉम द अकोमूलेटेड रिजर्व्स ऑफ द कंपनी। क्यों हुण डिविडेंड नूं किवें एक्सप्लेन करते हैं कि डिविडेंड की है, एक तरह के नवे शेयर्स ने जिहड़े शेयर होल्डर्स नूं मिल जाणगे, ठीक है, बिना कैश की पेमेंट कीते, ठीक है। वो कैश एक्चुअली कित्थों यूज़ करती है कंपनी, जिहड़े कंपनी के रिजर्व्स हुंदे ने, ठीक है, रिजर्व्स एंड सरप्लस। बाय इशूइंग bonus shares the company is able to follow the policy of retention of profit in the business। रिटेंशन ऑफ प्रॉफिट्स पता ना की हुंदा है, ਜਦੋਂ ਕੰਪਨੀ ਨੇ ਜਿਹੜਾ ਪ੍ਰੋਫਿਟ अर्न ਕੀਤਾ ਹੈ, ਠੀਕ ਹੈ, ਉਹਨੂੰ ਡਿਸਟਰੀਬਿਊਟ ਕਰਨ ਦੀ ਬਜਾਏ ਕੰਪਨੀ 'ਚ ਹੀ ਇਨਵੈਸਟ ਕੀਤਾ ਜਾਵੇ, ਉਹਨੂੰ ਆਪਾਂ ਕੀ ਕਹਿੰਦੇ ਆ, ਰਿਟੇਨ ਪ੍ਰੋਫਿਟਸ, ਠੀਕ ਹੈ। ਸੋ ਬੋਨਸ ਸ਼ੇਅਰ ਇੱਕ ਤਰ੍ਹਾਂ ਨਾਲ ਕੀ ਹੈ, ਰਿਟੈਂਸ਼ਨ ਆਫ ਪ੍ਰੋਫਿਟ ਹੀ ਹੈ, ਠੀਕ ਹੈ। ਵੀ ਤੁਸੀਂ ਸ਼ੇਅਰ ਹੋਲਡਰਸ ਨੂੰ ਹੁਣ ਜਿਵੇਂ ਡਿਵੀਡੈਂਟ ਦੇਣਾ ਪੈਂਦਾ ਹਰ ਸਾਲ, ਹੈ ਨਾ, ਵੀ ਉਹਨਾਂ ਨੇ ਕੰਪਨੀ 'ਚ ਪੈਸੇ ਇਨਵੈਸਟ ਕੀਤੇ ਆ ਅਤੇ ਉਹਨਾਂ ਨੂੰ ਡਿਵੀਡੈਂਟ ਦਿਓ। ਸੋ ਉਹਨਾਂ ਨੂੰ ਕੈਸ਼ ਪੇਮੈਂਟ ਦੇਣ ਦੀ ਬਜਾਏ ਕੰਪਨੀ ਨੇ ਕੀ ਕਰਤਾ, ਸ਼ੇਅਰਸ ਦੇਤੇ, ਠੀਕ ਹੈ। ਉਹਨਾਂ ਦੇ ਨੰਬਰ ਆਫ ਸ਼ੇਅਰਸ ਇਨਕਰੀਜ਼ ਕਰ ਗਏ। ਉਹ ਨੰਬਰ ਆਫ ਸ਼ੇਅਰਸ ਜਿਹੜੇ ਇਨਕਰੀਜ਼ ਕੀਤੇ ਹੈ ਉਹ ਸ਼ੇਅਰ ਹੋਲਡਰਸ ਲਈ ਕੀ ਹੋ ਗਿਆ, ਇੱਕ ਤਰ੍ਹਾਂ ਨਾਲ ਡਿਵੀਡੈਂਟ ਹੀ ਹੋ ਗਿਆ ਨਾ, ਕਿਉਂਕਿ ਨੈਕਸਟ ਈਅਰ ਉਹਨਾਂ ਨੂੰ ਡਿਵੀਡੈਂਟ ਕਿਤੇ ਮਿਲੇਗਾ, ज़्यादा नंबर ऑफ शेयर्स पे मिलेगा, ठीक है। नेक्स्ट देखो, अ बोनस इशू मे बी मेड आउट ऑफ रिजर्व्स, आउट ऑफ रेवेन्यू एंड कैपिटल प्रॉफिट अवेलेबल विद द कंपनी। कहते कि ਜਿਹੜੇ बोनस इशू ਹੁੰਦਾ ਉਹ ਕਿਸੇ ਚੋਂ ਵੀ ਕੀਤਾ ਜਾ ਸਕਦਾ ਹੈ, ਫਿਰ ਭਾਵੇਂ ਕੰਪਨੀ ਦਾ ਕੋਈ ਰੈਵਨਿਊ ਪ੍ਰੋਫਿਟ ਹੋਵੇ, ਠੀਕ ਹੈ, ਜਿਹੜਾ ਰੈਗੂਲਰ ਪ੍ਰੋਫਿਟ ਹੁੰਦਾ ਕੰਪਨੀ ਦੀ ਸੇਲ ਤੋਂ, ਜਿਹੜੀ ਕੰਪਨੀ ਕਿਸੇ ਪ੍ਰੋਡਕਟ ਦੀ ਸੇਲ ਕਰਦੀ ਹੈ ਉਹਦੇ ਚੋਂ, ਜਾਂ ਫਿਰ ਕੋਈ ਕੈਪੀਟਲ ਪ੍ਰੋਫਿਟ ਹੋਵੇ ਕਿ ਕੋਈ ਸਪੈਸ਼ਲ ਟ੍ਰਾਂਜੈਕਸ਼ਨ ਕੀਤੀ ਹੋਵੇ, ਲਾਈਕ ਐਸੇਟ ਸੇਲ ਕੀਤੀ ਹੋਵੇ, ਇਨਵੈਸਟਮੈਂਟ ਕੋਈ ਸੇਲ ਕੀਤੀ ਹੋਵੇ, ਠੀਕ ਹੈ। ਕਿਸੇ ਵੀ ਤਰ੍ਹਾਂ ਦੇ ਪ੍ਰੋਫਿਟ ਚੋਂ ਕੰਪਨੀ ਬੋਨਸ ਇਸ਼ੂ ਸ਼ੇਅਰ ਕਰ ਸਕਦੀ ਹੈ, ਬੋਨਸ ਸ਼ੇਅਰਸ ਇਸ਼ੂ ਕਰ ਸਕਦੀ ਹੈ, ਠੀਕ ਹੈ। ਨੈਕਸਟ ਦੇਖੋ, ਦ ਬੋਨਸ ਪੇ ਟੂ ਸ਼ੇਅਰ ਹੋਲਡਰਸ ਦਸ कैन ईदर बी कैश बोनस और अ कैपिटल बोनस। कहते भी हुण जिहड़ा बोनस आपां शेयर होल्डर नूं दे रहे हैं, ठीक है, वो या तो कैश हो सकता है या कैपिटल हो सकता है, ठीक है। कैश मतलब जो कैश मिलेगा, कैपिटल बोनस मतलब जो शेयर बोनस मिलणगे, ठीक है। ओहो, अ कंपनी गिव कैश बोनस टू ए शेयर होल्डर्स ओनली वैन इट हैज़ लार्ज रिजर्व्स एंड सफिशेंट कैश टू पे, ठीक है। कहते कैश बोनस कंपनी उदों दिंदी हुंदी है जदों उहदे कोल बहुत सारा लिक्विड कैश होवे, अवेलेबल होवे, बहुत सारे रिजर्व्स होण, ठीक है। इट इज़ ऑल्सो सीन दैट द पेमेंट ऑफ कैश बोनस डज नॉट इफेक्ट द वर्किंग कैपिटल ऑफ द कंपनी। कहते ते वो तां ही इशू करना चाहिए कैश बोनस जदों उहदे नाल कोई भी नैगेटिव इंपैक्ट ना आवे वर्किंग कैपिटल कंपनी दी वर्किंग कैपिटल ते, ठीक है। वर्किंग कैपिटल तो पता ना, करंट एसेट्स माइनस करंट लाइबिलिटीज़, जिहड़ी पिछे अमाउंट रह जाती है किहड़ी हुंदी है, वर्किंग कैपिटल,
ਠੀਕ ਹੈ, ਜਿਹਦੇ ਨਾਲ ਕੰਪਨੀ ਆਪਣੇ ਡੇ ਟੂ ਡੇ ਦੇ ਬਿਜ਼ਨਸ ਕਰਦੀ ਹੈ। ਸੋ ਕੈਸ਼ ਕਦੋਂ ਦੇਣਾ ਚਾਹੀਦਾ ਐਜ਼ ਅ ਬੋਨਸ? ਜਦੋਂ ਕੰਪਨੀ ਕੋਲ ਕਾਫੀ ਸਾਰਾ ਕੈਸ਼ ਹੋਵੇ, ਫੰਡਸ ਅਵੇਲੇਬਲ ਹੋਣ ਅਤੇ ਉਹਦੇ ਨਾਲ ਕੰਪਨੀ ਦੇ ਵਰਕਿੰਗ ਕੈਪੀਟਲ 'ਤੇ ਕੋਈ ਵੀ ਨੈਗੇਟਿਵ ਇੰਪੈਕਟ ਨਾ ਆਵੇ। ਠੀਕ ਹੈ, ਔਨ ਦ ਅਦਰ ਹੈਂਡ ਕੈਪੀਟਲ ਬੋਨਸ ਇਜ਼ ਪੇਡ when the company wants to share the accumulated reserves with shareholder but it is not in a position to pay cash। ਠੀਕ ਹੈ, ਬਿਕੋਜ਼ ਇਟ ਇਜ਼ ਆਲਰੇਡੀ ਅਫੈਕਟ ਦ ਵਰਕਿੰਗ ਕੈਪੀਟਲ ਆਫ ਦ ਕੰਪਨੀ। ਕਹਿੰਦੇ ਦੂਸਰੇ ਹੱਥ ਜੇ ਆਪਾਂ ਕੈਪੀਟਲ ਬੋਨਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਉਸ ਕੇਸ 'ਚ ਕੀ ਹੁੰਦਾ ਹੈ ਕਿ ਕੰਪਨੀ ਕੋਲ ਰਿਜ਼ਰਵਸ ਤਾਂ ਹੁੰਦੇ ਆ ਪਰ ਉਹਦੇ ਕੋਲ ਸਫੀਸ਼ੀਐਂਟ ਕੈਸ਼ ਨਹੀਂ ਹੁੰਦਾ ਪੇ ਕਰਨ ਲਈ। ਜੇ ਹੁੰਦਾ ਵੀ ਹੈ ਤਾਂ ਉਹਦੇ ਚਾਂਸ ਕੀ ਹੁੰਦੇ ਨੇ ਵੀ ਉਹ ਵਰਕਿੰਗ ਕੈਪੀਟਲ ਘੱਟ ਕਰ ਦੇਗਾ। ਠੀਕ ਹੈ, ਜਾਂ ਵਰਕਿੰਗ ਕੈਪੀਟਲ 'ਤੇ ਉਹਦਾ ਬੁਰਾ ਅਸਰ ਪਏਗਾ। ਸੋ ਉਸ ਚੀਜ਼ ਨੂੰ ਅਵੋਇਡ ਕਰਨ ਲਈ ਕੰਪਨੀ ਕੀ ਇਸ਼ੂ ਕਰ ਸਕਦੀ ਹੈ? ਕੈਪੀਟਲ ਬੋਨਸ। ਠੀਕ ਹੈ, ਕਿ ਸ਼ੇਅਰ ਸਰਟੀਫਿਕੇਟ ਇਸ਼ੂ ਕਰ ਦੇਵੇ ਕਿ ਹਾਂ ਅਸੀਂ ਤੁਹਾਨੂੰ ਇੰਨੇ ਫੁੱਲੀ ਪੇਡ ਸ਼ੇਅਰਸ ਵਿਦਾਊਟ ਐਨੀ ਪੇਮੈਂਟ ਰਿਸੀਵ ਕੀਤੇ ਦੇ ਰਹੇ ਹਾਂ। ਠੀਕ ਹੈ, ਕੈਪੀਟਲ ਬੋਨਸ ਇਜ਼ ਗਿਵਨ ਬਾਈ ਮੇਕਿੰਗ ਪਾਰਟਲੀ ਪੇਡ ਸ਼ੇਅਰ ਐਜ਼ ਫੁੱਲੀ ਪੇਡ ਵਿਦਾਊਟ ਗੈਟਿੰਗ ਕੈਸ਼ ਫਰਮ ਸ਼ੇਅਰ ਹੋਲਡਰਸ। ਠੀਕ ਹੈ, ਕੈਪੀਟਲ ਬੋਨਸ ਕਿਵੇਂ ਦੇ ਸਕਦੇ ਹਾਂ ਕਿ ਜੇ ਕੋਈ ਆਲਰੇਡੀ ਸ਼ੇਅਰ ਹੈਗੇ ਨੇ ਕੰਪਨੀ ਕੋਲ, ਠੀਕ ਹੈ, ਜਿਨ੍ਹਾਂ 'ਤੇ ਹਜੇ ਸਾਰੀ ਪੇਮੈਂਟ ਰਿਸੀਵ ਨਹੀਂ ਹੋਈ ਫੇਸ ਵੈਲਿਊ ਦੀ, ਤਾਂ ਉਹਨਾਂ ਨੂੰ ਫੁੱਲੀ ਪੇਡ ਬਣਾ ਦੇਣਾ ਬਿਨਾਂ ਕੋਈ ਪੇਮੈਂਟ ਰਿਸੀਵ ਕੀਤੇ। ਜਾਂ ਫਿਰ ਉਹ ਕੀ ਕਰ ਸਕਦੇ ਨੇ, ਔਰ ਇਟ ਇਜ਼ ਗਿਵਨ ਬਾਏ ਦ ਇਸ਼ੂ ਆਫ ਫ੍ਰੀ ਫੁੱਲੀ ਪੇਡ ਸ਼ੇਅਰਸ ਨੋਨ ਐਜ਼ ਬੋਨਸ ਸ਼ੇਅਰਸ। ਠੀਕ ਹੈ, ਜਾਂ ਫਿਰ ਉਹ ਕੀ ਕਰ ਸਕਦੀ ਹੈ ਕਿ ਨਵੇਂ ਸ਼ੇਅਰਸ ਇਸ਼ੂ ਕਰ ਸਕਦੀ ਹੈ। ਠੀਕ ਹੈ, ਅਤੇ ਉਹ ਕੀ ਹੋਣਗੇ? ਫ੍ਰੀ ਹੋਣਗੇ, ਫੁੱਲੀ ਪੇਡ ਹੋਣਗੇ। ਫ੍ਰੀ ਮਤਲਬ ਸ਼ੇਅਰ ਹੋਲਡਰਸ ਨੂੰ ਕੋਈ ਪੇਮੈਂਟ ਨਹੀਂ ਦੇਣੀ ਪੈਣੀ। ਠੀਕ ਹੈ, ਫੁੱਲੀ ਪੇਡ ਮਤਲਬ ਉਹਨਾਂ 'ਤੇ ਲਿਖਿਆ ਹੋਏਗਾ ਕਿ ਆਲਰੇਡੀ ਦੀ ਅਮਾਊਂਟ ਰਿਸੀਵ ਹੋ ਚੁੱਕੀ ਹੈ, ਜਿਨ੍ਹਾਂ ਨੂੰ ਆਪਾਂ ਫੇਮਸਲੀ ਕੀ ਕਹਿੰਦੇ ਹਾਂ? ਬੋਨਸ ਸ਼ੇਅਰਸ। ਠੀਕ ਹੈ, ਫਿਰ ਉਹੀ ਦੱਸਿਆ ਰਾਜੇ, ਇਹ ਬੋਨਸ ਸ਼ੇਅਰਸ ਜਿਹੜੇ ਹੁੰਦੇ ਆ ਕੈਪੀਟਲਾਈਜੇਸ਼ਨ ਆਫ ਪ੍ਰੋਫਿਟ ਹੈ। ਠੀਕ ਹੈ, ਹੁਣ ਜਿਹੜੇ ਪ੍ਰੋਫਿਟਸ ਨੇ ਉਹਨਾਂ ਨੂੰ ਕੈਪੀਟਲਾਈਜ਼ ਕਿਵੇਂ ਕੀਤਾ ਜਾਂਦਾ? ਦੋ ਤਰੀਕਿਆਂ ਨਾਲ। ਠੀਕ ਹੈ, ਉਹੀ ਪਾਰਟਲੀ ਪੇਡ ਐਂਡ ਫੁੱਲੀ ਪੇਡ ਬੋਨਸ ਸ਼ੇਅਰਸ। ਠੀਕ ਹੈ, ਫ੍ਰੀ ਆਫ ਕਾਸਟ। ਕੈਪੀਟਲਾਈਜੇਸ਼ਨ ਆਫ ਪ੍ਰੋਫਿਟ ਤਾਂ ਸਮਝਦੇ ਹੋ ਨਾ? ਜਿਹੜੇ ਸ਼ੇਅਰਸ ਹੁੰਦੇ ਨੇ ਉਹ ਕੀ ਬਣਦੇ ਨੇ ਕੰਪਨੀ ਦੇ? ਸ਼ੇਅਰ ਕੈਪੀਟਲ ਬਣਦੇ ਨੇ, ਹੈ ਨਾ। ਸੋ ਪ੍ਰੋਫਿਟਸ ਕਿਹਦੇ ਵਿੱਚ ਹੁੰਦੇ ਨੇ ਕੰਪਨੀ ਦੇ? ਰਿਜ਼ਰਵਸ ਐਂਡ ਸਰਪਲਸ 'ਚ। ਜਦੋਂ ਉਹ ਰਿਜ਼ਰਵਸ ਐਂਡ ਸਰਪਲਸ 'ਚੋਂ ਪੈਸਾ ਕੱਢ ਕੇ ਕੰਪਨੀ ਸ਼ੇਅਰ ਕੈਪੀਟਲ ਵਧਾ ਦਿੰਦੀ ਹੈ, ਠੀਕ ਹੈ, ਤਾਂ ਕੰਪਨੀ ਨੇ ਉੱਥੇ ਜਿਹੜੇ ਪ੍ਰੋਫਿਟਸ ਸੀਗੇ ਰਿਜ਼ਰਵ ਅਤੇ ਸਰਪਲਸ 'ਚ ਉਹਨੂੰ ਕਿਹਦੇ 'ਚ ਕਨਵਰਟ ਕਰਤਾ? ਸ਼ੇਅਰ ਕੈਪੀਟਲ 'ਚ। ਸੋ ਉਹ ਸਾਰਾ ਪ੍ਰੋਸੈਸ ਕੀ ਹੋ ਗਿਆ? ਕੈਪੀਟਲਾਈਜੇਸ਼ਨ ਆਫ ਪ੍ਰੋਫਿਟਸ। ਠੀਕ ਹੈ, ਨੈਕਸਟ ਦੇਖੋ ਰਾਜੇ ਕਰੈਕਟਰਿਸਟਿਕਸ ਆਫ ਬੋਨਸ ਸ਼ੇਅਰਸ। ਠੀਕ ਹੈ, ਪਹਿਲੀ ਗੱਲ ਉਹੀ ਕਿ ਜੇ ਬੋਨਸ ਸ਼ੇਅਰ ਇਸ਼ੂ ਕਰਨੇ ਤਾਂ ਕਿਹਨੂੰ ਮਿਲਣਗੇ? ਜਿਹੜੇ ਆਲਰੇਡੀ ਕੰਪਨੀ ਦੇ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੇ, ਠੀਕ ਹੈ, ਉਹਨਾਂ ਨੂੰ ਮਿਲਣਗੇ। ਨੈਕਸਟ ਦੇਖੋ, ਇੱਕ ਮਿੰਟ, bonus shares are issued as fully paid, that is partly paid bonus share cannot be issued। ਠੀਕ ਹੈ, ਕਿ ਬੋਨਸ ਸ਼ੇਅਰ ਜੇ ਕੰਪਨੀ ਇਸ਼ੂ ਕਰ ਰਹੀ ਹੈ ਤਾਂ ਉਹ ਇਹ ਨਹੀਂਗਾ ਕਿ ਕੰਪਨੀ ਕਹੇ ਕਿ 100 ਰੁਪਏ ਦਾ ਸ਼ੇਅਰ ਹੈ, ਠੀਕ ਹੈ, 60 ਰੁਪਏ ਤੁਹਾਡੇ ਪੇਡ ਨੇ, ਤੁਸੀਂ 40 ਰੁਪਏ ਪੇ ਕਰਨੇ ਨੇ, ਅਤੇ ਉਹਨੂੰ ਉਹ ਬੋਨਸ ਸ਼ੇਅਰ ਦਾ ਨਾਮ ਦੇਵੇ। ਇਹ ਚੀਜ਼ ਨਹੀਂ ਹੁੰਦੀ। ਠੀਕ ਹੈ, ਬੋਨਸ ਸ਼ੇਅਰ ਕੀ ਹੁੰਦੇ ਨੇ? ਫੁੱਲੀ ਪੇਡ ਹੁੰਦੇ ਨੇ। ਜਿੰਨੀ ਵੀ ਸ਼ੇਅਰ ਦੀ ਅਮਾਊਂਟ ਹੁੰਦੀ ਹੈ, ਇੱਕ ਸ਼ੇਅਰ ਦੀ ਅਮਾਊਂਟ ਹੁੰਦੀ ਹੈ, ਠੀਕ ਹੈ, ਜਿੰਨੀ ਵੀ ਪਾਰ ਵੈਲਿਊ ਹੁੰਦੀ ਹੈ ਜਾਂ ਫੇਸ ਵੈਲਿਊ ਹੁੰਦੀ ਹੈ ਸ਼ੇਅਰ ਦੀ, ਉਹ ਕੀ ਹੁੰਦੀ ਹੈ? ਪੇਡ ਹੁੰਦੀ ਹੈ ਕੰਪਨੀ ਵੱਲੋਂ ਹੀ। ਠੀਕ ਹੈ, ਦੈਨ ਨੈਕਸਟ ਦੇਖੋ, ਦ ਰਾਈਟ ਟੂ ਬਾਊਂਸ ਸ਼ੇਅਰਸ ਕੈਨ ਨਾਟ ਬੀ ਰੀਨੈਂਸੀਕੇਟਡ। ਇਹਦਾ ਕੀ ਮਤਲਬ ਹੈ ਰਾਜੇ ਕਿ ਜਿਵੇਂ ਆਪਾਂ ਰਾਈਟ ਸ਼ੇਅਰ ਦਾ ਕੰਸੈਪਟ ਕੀਤਾ ਸੀਗਾ ਕਿ ਉੱਥੇ ਸ਼ੇਅਰ ਹੋਲਡਰ ਕੋਲ ਇਹ ਰਾਈਟ ਸੀਗਾ ਕਿ ਉਹਨੇ ਰਾਈਟ ਸ਼ੇਅਰ ਲੈਣੇ ਹੈ ਕਿ ਨਹੀਂ। ਠੀਕ ਹੈ, ਉਹਦੀ ਮਰਜ਼ੀ ਸੀਗੀ, ਹੈ ਨਾ, ਉਹ ਲੈ ਵੀ ਸਕਦਾ ਸੀ, ਐਕਸੈਪਟ ਵੀ ਕਰ ਸਕਦਾ ਸੀ ਉਹ ਵਾਲਾ ਆਫਰ, ਰਿਜੈਕਟ ਵੀ ਕਰ ਸਕਦਾ ਸੀਗਾ। ਬਟ ਦਿਸ ਕੇਸ ਡਜ਼ਨਟ ਗੋ ਵਿਦ ਬੋਨਸ ਸ਼ੇਅਰ। ਠੀਕ ਹੈ, ਬੋਨਸ ਸ਼ੇਅਰ ਜੇ ਕੰਪਨੀ ਇਸ਼ੂ ਕਰ ਰਹੀ ਹੈ ਤਾਂ ਉੱਥੇ ਸ਼ੇਅਰ ਹੋਲਡਰਸ ਕੋਲ ਕੋਈ ਚੋਇਸ ਨਹੀਂ ਹੁੰਦੀ ਵੀ ਉਹਨਾਂ ਨੇ ਲੈਣੇ ਹੈ ਕਿ ਨਹੀਂ ਲੈਣੇ। ਠੀਕ ਹੈ, ਉਹਨਾਂ ਨੂੰ ਐਕਸੈਪਟ ਹੀ ਕਰਨੇ ਪੈਂਦੇ। ਕਹਿਣ ਦਾ ਕੀ ਮਤਲਬ ਹੈ ਕਿ ਉਹ ਰਿਜੈਕਟ ਨਹੀਂ ਕਰ ਸਕਦੇ। ਠੀਕ ਹੈ, ਅਗਲਾ ਰਿਜੈਕਟ ਵੀ ਕਿਉਂ ਕਰੂਗਾ? ਫ੍ਰੀ 'ਚ ਸ਼ੇਅਰ ਮਿਲ ਰਿਹਾ ਹੈ ਨਾ, ਉਹਨਾਂ ਨੂੰ ਕਿਹੜਾ ਕੋਈ ਪੇਮੈਂਟ ਕਰਨੀ ਪੈ ਰਹੀ ਹੈ। ਬਟ ਸਟਿਲ ਆਪਾਂ ਕੋਈ ਵੀ ਸ਼ੇਅਰ ਹੋਲਡਰ ਫਾਰਮਲੀ ਰਾਈਟ ਸ਼ੇਅਰਸ ਨੂੰ ਬੋਨਸ ਸ਼ੇਅਰਸ ਨੂੰ ਰਿਜੈਕਟ ਨਹੀਂ ਕਰ ਸਕਦਾ, ਜਿਵੇਂ ਕਿ ਰਾਈਟ ਸ਼ੇਅਰਸ ਨੂੰ ਕਰ ਸਕਦਾ।
ठीक है। नैक्सट देखो राजे कंडीशन फॉर इशू ऑफ बोनस शेयर्स, ठीक है। ये राजे ज़्यादा समझ लो, मैंने लगता अगे ਜਿਹੜੇ सारे पॉइंट ਸੀਗੇ ਉਹ सेम ही ਸੀਗੇ। देखो द बोनस इशू इज़ नॉट मेड अनलैस द पार्टली पेड शेयर्स इफ एनी आर मेड फुली पेड अप, ठीक है। पहली कंडीशन की है बोनस शेयर्स ਨੂੰ ਜੇ ਇਸ਼ੂ ਕਰਨਾ ਹੋਵੇ ਕਿਸੇ ਕੰਪਨੀ ਨੇ, ਕਿ ਜੇ ਕੰਪਨੀ ਕੋਲ ਕੋਈ ਆਲਰੇਡੀ ਇਹੋ ਜਿਹੇ ਸ਼ੇਅਰਸ ਨੇ, ਠੀਕ ਹੈ, ਜਿਨ੍ਹਾਂ ਨੂੰ ਕੰਪਨੀ ਨੇ ਹਜੇ ਤੱਕ ਜਿਨ੍ਹਾਂ 'ਤੇ ਹਜੇ ਤੱਕ ਪੂਰੀ ਪੇਮੈਂਟ ਰਿਸੀਵ ਨਹੀਂ ਹੋਈ ਫੇਸ ਵੈਲਿਊ ਵਾਲੀ, ਤਾਂ ਕੰਪਨੀ ਨੂੰ ਕੀ ਹੈ ਪਹਿਲਾਂ ਉਹਨਾਂ ਨੂੰ ਫੁੱਲੀ ਪੇਡ ਕਰਨਾ ਪਏਗਾ। ਹੁਣ ਉਹਨਾਂ ਨੂੰ ਫੁੱਲੀ ਪੇਡ ਕਿਵੇਂ ਕਰਨਾ ਪਏਗਾ, ਜਾਂ ਤਾਂ ਜਿਹੜੀ ਅਮਾਊਂਟ ਰਹਿੰਦੀ ਆ ਉਹ ਸ਼ੇਅਰ ਹੋਲਡਰਸ ਤੋਂ ਮੰਗਵਾ ਲਵੇ, ਠੀਕ ਹੈ, ਜਾਂ ਫਿਰ ਉਹਨਾਂ ਨੂੰ ਹੀ ਕੀ ਡਿਕਲੇਅਰ ਕਰ ਦੇਵੇ ਐਜ਼ ਅ ਬੋਨਸ ਕਿ ਉਹ ਸਾਡੀ ਫੁੱਲੀ ਪੇਡ ਹੋ ਗਈ। ਜਿਵੇਂ ਆਪਾਂ ਐਗਜ਼ਾਮਪਲ ਲਿੱਤੀ ਸੀਗੀ ਕਿ ਸਪੋਜ਼ 100 ਦੇ ਸ਼ੇਅਰ 100 ਦਾ ਇੱਕ ਸ਼ੇਅਰ ਹੈ, ਠੀਕ ਹੈ, 70 ਰੁਪੀਜ਼ ਆਲਰੇਡੀ ਪੇ ਕਰ ਚੁੱਕੇ ਹੈ ਸ਼ੇਅਰ ਹੋਲਡਰਸ, 30 ਰੁਪੀਜ਼ ਰਹਿੰਦੇ ਆ ਪਿੱਛੇ, ਤਾਂ ਉਹ ਕੀ ਹੈ ਪਾਰਟਲੀ ਪੇਡ ਸ਼ੇਅਰਸ ਹੈ, ਠੀਕ ਹੈ, ਕਿ 100 ਰੁਪੀਜ਼ ਦਾ ਸ਼ੇਅਰ ਹੈ ਇੱਕ, ਬਟ ਐਕਚੁਅਲ 'ਚ ਕੈਸ਼ ਕਿੰਨਾ ਮਿਲਿਆ, ਕੰਪਨੀ ਨੇ ਉਹਦੇ 'ਤੇ ਪੇਮੈਂਟ ਕਿੰਨੀ ਰਿਸੀਵ ਕੀਤੀ ਹੈ 70 ਰੁਪੀਜ਼ ਪਰ ਸ਼ੇਅਰ। ਤਾਂ ਜਿਹੜੀ 30 ਰੁਪੀਜ਼ ਦੀ ਪੇਮੈਂਟ ਹੈ ਉਹ ਕੰਪਨੀ ਪਹਿਲਾਂ ਰਿਸੀਵ ਕਰੇਗੀ, ਠੀਕ ਹੈ, ਉਸ ਤੋਂ ਬਾਅਦ ਕੋਈ ਬੋਨਸ ਸ਼ੇਅਰਸ ਇਸ਼ੂ ਕਰ ਸਕਦੀ ਹੈ, ਠੀਕ ਹੈ। ਕੰਡੀਸ਼ਨ ਹੈ ਕਿ ਕੋਈ ਵੀ ਪਾਰਟਲੀ ਪੇਡ ਸ਼ੇਅਰਸ 'ਤੇ ਹੁੰਦੇ ਹੋਏ ਕੰਪਨੀ ਬੋਨਸ ਸ਼ੇਅਰਸ ਇਸ਼ੂ ਨਹੀਂ ਕਰ ਸਕਦੀ। ਪਹਿਲਾਂ ਜਿਹੜੇ ਪਾਰਟਲੀ ਪੇਡ ਸ਼ੇਅਰਸ ਨੇ ਉਹਨਾਂ ਨੂੰ ਕਨਵਰਟ ਕਰਾਉਣਾ ਪਏਗਾ ਫੁੱਲੀ ਪੇਡ ਸ਼ੇਅਰਸ 'ਚ, ਠੀਕ ਹੈ। ਨੈਕਸਟ ਦੇਖੋ ਦ ਕੰਪਨੀ ਹੈਜ਼ ਨਾਟ ਡਿਫੋਲਟਡ ਐਨੀ ਪੇਮੈਂਟ, ਕਿ ਕੰਪਨੀ ਨੇ ਜਿਹੜੀਆਂ ਉਹਦੀਆਂ ਪੇਮੈਂਟ ਹੁੰਦੀ ਹੈ ਇੰਟਰਸਟ ਦੀ, ਠੀਕ ਹੈ, ਜਿਹੜੀ ਆਪਾਂ ਡਿਬੈਂਚਰਸ 'ਤੇ ਦੇਣੀ ਹੁੰਦੀ ਹੈ ਜਾਂ ਲੋਨ 'ਤੇ ਦੇਣੀ ਹੁੰਦੀ ਹੈ ਜਾਂ ਕੋਈ ਫਿਕਸਡ ਡਿਪੋਜ਼ਿਟਸ ਹੁੰਦੇ ਆ ਉਹਨਾਂ 'ਤੇ ਦੇਣੀ ਹੁੰਦੀ ਹੈ, ਠੀਕ ਹੈ, ਇਹੋ ਜਿਹੀ ਕੋਈ ਵੀ ਪੇਮੈਂਟ ਕੰਪਨੀ ਨੇ ਡਿਫੋਲਟ ਨਾ ਕੀਤਾ ਹੋਵੇ। ਉਹਦੇ ਵਿੱਚ ਡਿਫੋਲਟ ਮਤਲਬ ਕਿ ਕੰਪਨੀ ਦੀ ਉਹ ਪੇਮੈਂਟ ਡਿਊ ਸੀ ਬਟ ਕੰਪਨੀ ਨੇ ਕੀਤੀ ਨਾ ਹੋਵੇ ਜਾਂ ਕੰਪਨੀ ਨੇ ਹਜੇ ਕਰਨੀ ਹੋਵੇ, ਠੀਕ ਹੈ। ਸੋ ਇਹੋ ਜਿਹੀ ਜੇ ਕੋਈ ਇੰਟਰਸਟ ਵਾਲੀ ਕੰਪਨੀ ਨੇ ਪੇਮੈਂਟ ਕਰਨੀ ਹੈ, ਫਿਰ ਭਾਵੇਂ ਉਹ ਡਿਬੈਂਚਰਸ 'ਤੇ ਹੈ, ਲੋਨ 'ਤੇ ਹੈ ਜਾਂ ਕਿਸੇ ਹੋਰ ਪਰਪਸ ਨਾਲ ਹੈ, ਠੀਕ ਹੈ, ਤਾਂ ਬੋਨਸ ਸ਼ੇਅਰ ਇਸ਼ੂ ਕਰਨ ਤੋਂ ਪਹਿਲਾਂ ਕੰਪਨੀ ਨੂੰ ਪਹਿਲਾਂ ਉਹ ਇੰਟਰਸਟ ਵਾਲੀ ਪੇਮੈਂਟ ਕਰਨੀ ਪਏਗੀ, ਠੀਕ ਹੈ। ਇਹਦਾ ਰੀਜ਼ਨ ਕੀ ਹੈ ਕਿ ਕਿਉਂ ਇੰਟਰਸਟ ਵਾਲੀ ਪੇਮੈਂਟ ਕਰਨਾ ਕੰਪਨੀ ਲਈ ਇੱਕ ਤਰ੍ਹਾਂ ਦੀ ਕੰਪਲਸ਼ਨ ਹੈ, ਰਿਕੁਆਇਰਮੈਂਟ ਹੈ, ਪਰ ਬੋਨਸ ਸ਼ੇਅਰਸ ਇਸ਼ੂ ਕਰਨਾ ਕੰਪਨੀ ਦੀ ਆਪਣੀ ਪਰਸਨਲ ਚੋਇਸ ਹੁੰਦੀ ਹੈ, ਠੀਕ ਹੈ। ਸੋ ਪਹਿਲਾਂ ਰਿਸੋਰਸ ਫੰਡਸ ਰਿਜ਼ਰਵਸ ਕਿਹਦੇ ਲਈ ਯੂਜ਼ ਹੋਣਗੇ, ਜਿਹੜੀ ਚੀਜ਼ ਕੰਪਲਸਰੀ ਹੈ, ਠੀਕ ਹੈ। ਨੈਕਸਟ ਦੇਖੋ ਦ ਕੰਪਨੀ ਹੈਜ਼ ਨਾਟ ਡਿਫੋਲਟਡ ਐਨੀ ਸਟੈਚੂਟਰੀ ਡਿਊਜ਼ ਆਫ ਦ ਇੰਪਲੋਈਜ਼, ਠੀਕ ਹੈ, ਕਿ ਕੰਪਨੀ ਨੇ ਸੇਮ ਕੋਈ ਡਿਫੋਲਟ ਨਾ ਕੀਤਾ ਹੋਵੇ ਕਿਸੇ ਇੰਪਲੋਈਜ਼ ਦੇ ਡਿਊਜ਼ ਦੇਣ ਵਿੱਚ, ਠੀਕ ਹੈ, ਜਿਵੇਂ ਸਪੋਜ਼ ਸੈਲਰੀ ਹੋ ਗਈ, ਵੇਜਿਸ ਹੋ ਗਈ, ਜਾਂ ਉਹਨਾਂ ਦੇ ਪ੍ਰੋਵੀਡੈਂਟ ਫੰਡ ਹੁੰਦੇ ਹੈ, ਗ੍ਰੈਜੂਟੀ ਹੁੰਦਾ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਕੰਪਨੀ ਨੇ ਪੇ ਕਰਤੀਆਂ ਹੋਣ ਆਪਣੇ ਇੰਪਲੋਈਜ਼ ਨੂੰ, ਜਾਂ ਫਿਰ ਇਹ ਆਲਰੇਡੀ ਪੇ ਹੋ ਚੁੱਕੀਆਂ ਹੋਣ। ਜੇ ਇਹਨਾਂ ਦੀ ਪੇਮੈਂਟ ਹੋਣੀ ਰਹਿੰਦੀ ਹੈ, ਠੀਕ ਹੈ, ਤਾਂ ਵੀ ਕੰਪਨੀ ਕੀ ਹੈ ਬੋਨਸ ਸ਼ੇਅਰਸ ਇਸ਼ੂ ਨਹੀਂ ਕਰ ਸਕਦੀ। ਪਹਿਲਾਂ ਇਹਦੀ ਪੇਮੈਂਟ ਹੋਏਗੀ, ਠੀਕ ਹੈ, ਜਿਹੜੇ ਸਟੈਚੂਟਰੀ ਡਿਊਜ਼ ਦੇਣੇ ਹੁੰਦੇ ਆ ਇੰਪਲੋਈਜ਼ ਨੂੰ, ਦੈਨ ਬੋਨਸ ਸ਼ੇਅਰਸ ਦੀ, ਠੀਕ ਹੈ। ਪ੍ਰੋਵੀਡੈਂਟ ਫੰਡ ਕੀ ਹੁੰਦਾ, ਗ੍ਰੈਜੂਟੀ ਕੀ ਹੁੰਦਾ, ਤੁਸੀਂ ਇਨਕਮ ਟੈਕਸ 'ਚ ਸੈਲਰੀ ਵਾਲਾ ਚੈਪਟਰ ਆਈ ਥਿੰਕ ਕਰ ਲਿਆ ਹੋਣਾ, ਤਾਂ ਉਹਦੇ 'ਚ ਤੁਹਾਨੂੰ ਮੈਨੂੰ ਲੱਗਦਾ ਕਲੈਰਿਟੀ ਹੋਣੀ ਹੈ। ਚਲੋ ਨੈਕਸਟ ਦੇਖੋ, ਜਦੋਂ ਰਾਜੇ ਬੋਨਸ ਸ਼ੇਅਰ ਕੰਪਨੀ ਨੇ ਦੇਣੇ ਹੁੰਦੇ ਆ ਨਾ, ਤਾਂ ਕੰਪਨੀ ਇਹ ਚੀਜ਼ ਅਪਰੂਵ ਕਰਦੀ ਹੈ ਇੱਕ ਮੀਟਿੰਗ ਵਿੱਚ, ਠੀਕ ਹੈ। ਕਿਹਦੇ ਦੁਆਰਾ ਅਪਰੂਵ ਕੀਤੀ ਜਾਂਦੀ ਹੈ, ਬੋਰਡ ਆਫ ਡਾਇਰੈਕਟਰਸ ਦੁਆਰਾ। ਤਾਂ ਜਿਹੜੀ ਮੀਟਿੰਗ 'ਚ ਇਹ ਚੀਜ਼ ਅਪਰੂਵ ਹੋ ਗਈ, ਉਸ ਦਿਨ ਤੋਂ ਲੈ ਕੇ ਅਗਲੇ 6 ਮਹੀਨਿਆਂ ਤੱਕ ਦੇ ਟਾਈਮ ਪੀਰੀਅਡ ਹੁੰਦਾ, ਠੀਕ ਹੈ। ਉਸ ਟਾਈਮ ਪੀਰੀਅਡ ਦੇ ਅੰਦਰ ਹੀ ਕੰਪਨੀ ਨੂੰ ਇਹ ਜਿਹੜੇ ਬੋਨਸ ਸ਼ੇਅਰਸ ਹੈ ਉਹ ਇਸ਼ੂ ਕਰ ਦੇਣੇ ਚਾਹੀਦੇ ਹੈ, ਠੀਕ ਹੈ। ਜੇ ਉਹ 6 ਮਹੀਨਿਆਂ ਤੋਂ ਜ਼ਿਆਦਾ ਟਾਈਮ ਹੋ ਗਿਆ ਤਾਂ ਫਿਰ ਕੀ ਮੰਨਿਆ ਜਾਏਗਾ ਵੀ ਕੰਪਨੀ ਨੂੰ ਮੀਟਿੰਗ ਦੁਬਾਰਾ ਰੱਖਣੀ ਪਏਗੀ ਵੀ ਉਹ ਸ਼ੇਅਰਸ ਦੇਣੇ ਆ ਕਿ ਨਹੀਂ ਦੇਣੇ, ਠੀਕ ਹੈ। ਇਹਦਾ ਰੀਜ਼ਨ ਕੀ ਹੈ 6 ਮਹੀਨੇ ਦਾ ਟਾਈਮ ਪੀਰੀਅਡ ਫਿਕਸ ਰੱਖਣ ਦਾ, ਕਿਉਂਕਿ ਜਿਸ ਟਾਈਮ ਕੰਪਨੀ ਨੇ ਮੀਟਿੰਗ ਕੀਤੀ ਹੈ ਹੋ ਸਕਦਾ ਉਸ ਟਾਈਮ ਕੰਪਨੀ ਕੋਲ ਰਿਜ਼ਰਵਸ ਹੋਣ, ਸਰਪਲਸ ਹੋਣ, ਠੀਕ ਹੈ, ਪ੍ਰੋਫਿਟਸ ਹੋਣ, ਬਟ ਕੋਈ ਵੀ ਸਰਟਨ ਪੇਮੈਂਟ ਆ ਸਕਦੀ ਇੱਕੋ ਦਮ ਵੱਡੀ, ਜਿਹਦੇ ਨਾਲ ਕੰਪਨੀ ਦੇ ਰਿਜ਼ਰਵਸ ਯੂਜ਼ ਹੋ ਜਾਣ, ਹੈ ਨਾ, ਅਤੇ ਹੋ ਸਕਦਾ ਕੰਪਨੀ ਥੋੜ੍ਹੇ ਟਾਈਮ ਬਾਅਦ ਇਸ ਪੋਜੀਸ਼ਨ 'ਚ ਨਾ ਰਵੇ ਕਿ ਉਹ ਬੋਨਸ ਸ਼ੇਅਰਸ ਇਸ਼ੂ ਕਰ ਸਕੇ, ਹੈ ਨਾ, ਕਿਉਂਕਿ ਮੇਨ ਰੀਜ਼ਨ ਇਸ਼ੂ ਕਰਨ ਦਾ ਕੀ ਹੁੰਦਾ ਬੋਨਸ ਸ਼ੇਅਰ, ਕਿ ਕੰਪਨੀ ਕੋਲ ਰਿਜ਼ਰਵਸ ਜ਼ਿਆਦਾ ਹੈ, ਉਹਨਾਂ ਨੇ ਉੱਥੋਂ ਕੱਢ ਕੇ ਕਿੱਥੇ ਲਾਉਣੇ ਹੈ, ਕੈਪੀਟਲਾਈਜ਼ ਕਰਨੇ ਹੈ, ਠੀਕ ਹੈ। ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਠੀਕ ਹੈ। ਮਤਲਬ ਜਦੋਂ ਡਿਸੀਜ਼ਨ ਲੈ ਲਿਆ ਬੋਨਸ ਸ਼ੇਅਰ ਦਾ, ਤਾਂ ਉਹ 6 ਮਹੀਨਿਆਂ ਦੇ ਅੰਦਰ ਉਹਦੀ ਇਸ਼ੂ
ਹੋ ਜਾਣਾ ਚਾਹੀਦਾ। ਠੀਕ ਹੈ। ਨੈਕਸਟ ਦੇਖੋ ਰਾਜੇ, ਬੋਨਸ ਸ਼ੇਅਰ ਇਸ਼ੂ ਕਰਨ ਲਈ ਇੱਕ ਇਹ ਵੀ ਚੀਜ਼ ਹੋਣੀ ਚਾਹੀਦੀ ਹੈ ਕਿ ਕੰਪਨੀ ਦਾ ਜਿਹੜਾ AOA ਹੁੰਦਾ ਹੈ, ਆਰਟੀਕਲ ਆਫ ਐਸੋਸੀਏਸ਼ਨ, ਠੀਕ ਹੈ, ਉਹਦੇ ਵਿੱਚ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਵੀ ਹਾਂ ਕੰਪਨੀ ਜਿਹੜੇ ਰਿਜ਼ਰਵਸ ਨੇ ਉਹਨਾਂ ਨੂੰ ਕੈਪੀਟਲਾਈਜ਼ ਕਰ ਸਕਦੀ ਹੈ। ਠੀਕ ਹੈ, ਜੇ ਇਨ ਐਨੀ ਕੇਸ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਆਰਟੀਕਲ ਆਫ ਐਸੋਸੀਏਸ਼ਨ ਵਿੱਚ, ਠੀਕ ਹੈ, ਤਾਂ ਕੰਪਨੀ ਨੋਰਮਲ ਮੀਟਿੰਗ ਕਰਕੇ ਨਹੀਂ ਇਸ਼ੂ ਕਰ ਸਕਦੀ ਬੋਨਸ ਸ਼ੇਅਰ। ਉਹਦੇ ਲਈ ਕੰਪਨੀ ਨੂੰ ਜਰਨਲ ਮੀਟਿੰਗ 'ਚ ਰੈਜ਼ੋਲੂਸ਼ਨ ਪਾਸ ਕਰਨਾ ਪੈਣਾ ਕਿ ਹਾਂ ਅਸੀਂ ਬੋਨਸ ਸ਼ੇਅਰਸ ਇਸ਼ੂ ਕਰਨੇ ਨੇ। ਠੀਕ ਹੈ, ਅਤੇ ਉਹਦੇ ਵਿੱਚ ਕੀ ਹੈ, ਪਲੱਸ ਉਹਨਾਂ ਨੂੰ ਪ੍ਰੋਵੀਜ਼ਨ ਐਡ ਕਰਨੀ ਪੈਂਦੀ ਹੈ ਆਪਣੇ AOA ਵਿੱਚ ਕਿ ਅਸੀਂ ਕੈਪੀਟਲਾਈਜ਼ ਕਰ ਸਕਦੇ ਹਾਂ ਰਿਜ਼ਰਵਸ। ਠੀਕ ਹੈ, 6 ਪੀਰੀਅਡਸ ਵਿੱਚ ਜਿਹੜੇ ਅੱਗੇ 2 ਛੋਟੇ ਪੁਆਇੰਟ ਹੈ, ਇਹਦੇ ਵਿੱਚ ਕੀ ਹੈ, ਫਸਟ ਪੁਆਇੰਟ ਕੀ ਕਹਿੰਦਾ ਹੈ ਕਿ ਕੰਪਨੀ ਬੋਨਸ ਸ਼ੇਅਰਸ ਉਦੋਂ ਹੀ ਇਸ਼ੂ ਕਰ ਸਕਦੀ ਹੈ ਜਾਂ ਕੰਪਨੀ ਕੈਪੀਟਲਾਈਜ਼ੇਸ਼ਨ ਰਿਜ਼ਰਵਸ ਦੀ ਉਸ ਕੰਡੀਸ਼ਨ 'ਚ ਹੀ ਕਰ ਸਕਦੀ ਹੈ ਜਦੋਂ ਕੰਪਨੀ ਦੇ ਆਰਟੀਕਲਸ ਆਫ ਐਸੋਸੀਏਸ਼ਨ ਅਲਾਓ ਕਰਦੇ ਉਹਨੂੰ। ਠੀਕ ਹੈ, ਉਹਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਵੀ ਹਾਂ ਕੰਪਨੀ ਰਿਜ਼ਰਵਸ ਨੂੰ ਯੂਜ਼ ਕਰ ਸਕਦੀ ਹੈ ਫॉर ਕੈਪੀਟਲਾਈਜ਼ੇਸ਼ਨ ਪਰਪਸ। ਠੀਕ ਹੈ, ਇਨ ਐਨੀ ਕੇਸ, ਠੀਕ ਹੈ, ਦੂਜਾ ਪੁਆਇੰਟ ਕੀ ਕਹਿ ਰਿਹਾ ਕਿ ਇਨ ਐਨੀ ਕੇਸ ਉੱਥੇ ਕੰਪਨੀ ਦੇ AOA 'ਚ ਇਹ ਕੰਡੀਸ਼ਨ ਮੈਂਸ਼ਨ ਨਹੀਂ ਹੈ, ਇਹ ਇਹੋ ਜਿਹੀ ਕੋਈ ਪ੍ਰੋਵੀਜ਼ਨ ਨਹੀਂ ਹੈ, ਕੈਪੀਟਲਾਈਜ਼ੇਸ਼ਨ ਬਾਰੇ ਕੁਛ ਵੀ ਨਹੀਂ ਲਿਖਿਆ। ਠੀਕ ਹੈ, ਤਾਂ ਉੱਥੇ ਕੰਪਨੀ ਕੋਈ ਨੋਰਮਲ ਮੀਟਿੰਗ ਕਰਕੇ ਨਹੀਂ ਬੋਰਡ ਆਫ ਡਾਇਰੈਕਟਰਸ ਕਹਿ ਸਕਦੇ ਵੀ ਹਾਂ ਅਸੀਂ ਬੋਨਸ ਸ਼ੇਅਰਸ ਇਸ਼ੂ ਕਰਾਂਗੇ। ਉਹਦੇ ਲਈ ਕੰਪਨੀ ਨੂੰ ਜਰਨਲ ਮੀਟਿੰਗ ਕਰਨੀ ਪੈਣੀ ਹੈ। ਠੀਕ ਹੈ, ਜਰਨਲ ਮੀਟਿੰਗ ਅਤੇ ਨੋਰਮਲ ਮੀਟਿੰਗ 'ਚ ਤੁਹਾਨੂੰ ਡਿਫਰੈਂਸ ਅਨੂ ਮੈਮ ਕਰਾਉਣਗੇ। ਠੀਕ ਹੈ, ਬਿਜ਼ਨਸ ਮੈਨੇਜਮੈਂਟ ਦਾ ਟੋਪਿਕ ਹੈ ਇਹ, ਅਤੇ ਉਸੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਡਿਫਰੈਂਸ ਹੁੰਦਾ ਇਹਨਾਂ ਵਿੱਚ। ਠੀਕ ਹੈ, ਸੋ ਜਰਨਲ ਮੀਟਿੰਗ ਵਿੱਚ ਰਾਜੇ ਇੱਕ ਰੈਜ਼ੋਲੂਸ਼ਨ ਪਾਸ ਹੋਏਗਾ। ਠੀਕ ਹੈ, ਉਹ ਰੈਜ਼ੋਲੂਸ਼ਨ ਵਿੱਚ ਇੱਕ ਪ੍ਰੋਵੀਜ਼ਨ ਬਣਾਈ ਜਾਏਗੀ ਕਿ ਹਾਂ AOA ਵਿੱਚ ਕੈਪੀਟਲਾਈਜ਼ੇਸ਼ਨ ਦੀ ਪ੍ਰੋਵੀਜ਼ਨ ਨਿਊ ਐਡ ਕੀਤੀ ਜਾਏਗੀ, ਉਸ ਤੋਂ ਬਾਅਦ ਇਸ਼ੂ ਕੀਤੀ ਜਾਏਗੀ ਬੋਨਸ ਸ਼ੇਅਰਸ। ਠੀਕ ਹੈ, ਆਈ ਥਿੰਕ ਅੱਜ ਲਈ ਇੰਨਾ ਬੜਾ, ਪਹਿਲਾਂ ਤੁਸੀਂ ਆਹ ਪੁਆਇੰਟਸ ਦਿਮਾਗ 'ਚ ਬਿਠਾ ਲਓ। ਠੀਕ ਹੈ, ਫਿਰ ਆਪਾਂ ਕਰਾਂਗੇ ਨੈਕਸਟ ਕਿ ਕਰ ਲਈਏ। ਚਲੋ ਅੱਜ ਲਈ ਇੰਨਾ ਬੜਾ, ਤੁਸੀਂ ਪਹਿਲਾਂ ਆਹ ਕਰ ਲਓ, ਫਿਰ ਆਪਾਂ ਇਹ ਕਰ ਲਾਂਗੇ ਨੈਕਸਟ ਲੈਕਚਰ 'ਚ ਕਰ ਲਾਂਗੇ। ਓਕੇ ਬੱਚੇ।